ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਤੁਹਾਡੇ ਨਾਲ ਕੁਲਵਿੰਦਰ ਘੁੰਮਣ ਪਟਿਆਲਾ ਤੋਂ। ਇਸ ਵੇਲੇ ਅਸੀਂ ਖੜੇ ਹਾਂ ਅਮਰ ਹਸਪੀਟਲ ਪਟਿਆਲਾ ਦੇ ਵਿੱਚ, ਜਿੱਥੇ ਕਿ ਇੱਕ ਬਲੱਡ ਬੈਂਕ ਦੇ ਵਿੱਚ ਘਪਲਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਤੁਹਾਨੂੰ ਜਿਹੜੀ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਥੇ ਜਿਹੜੀ ਘਪਲੇਬਾਜ਼ੀ ਚੱਲ ਰਹੀ ਹੈ। ਇੱਕ ਡੋਨਰ ਹੈ ਜਿਹੜਾ ਕਿ ਉਹ ਦੇ ਰਿਹਾ ਤੇ ਇੱਥੇ ਪਲਾਜ਼ਮਾ ਦਾ ਜਿਹੜਾ ਉਹ ਰੌਲਾ ਪਿਆ ਹੈ। ਸਾਡੇ ਨਾਲ ਜਿਹੜੇ ਉਹਨਾਂ ਦੇ ਨਾਲ ਆਏ ਹੋਏ ਨੇ ਉਹਨਾਂ ਨਾਲ ਗੱਲ। ਸਰ, ਕੀ ਗੱਲ ਹੋਈ ਹੈ ਇੱਥੇ ਜਿਹੜਾ ਇੰਨਾ ਹੰਗਾਮਾ ਹੋ ਰਿਹਾ ਹੈ? ਇਹਦੇ ਹੰਗਾਮੇ ਦਾ ਕਾਰਨ ਇਹ ਹੈ ਕਿ ਜੀ ਸਿੱਧੇ ਤੌਰ ਤੇ ਬੜਾ ਹੀ ਸਿੰਪਲ ਹੈ, ਸਮਝਣਾ ਸੌਖਾ ਰਹੂਗਾ ਬੜਾ। ਜਿਹੜਾ ਇਹ ਡੋਨਰ ਹੈ ਕੁਨਾਲ ਭਾਟੀਆ, ਆਪਣੇ ਸੈੱਲ ਦੇਣ ਆਇਆ ਕਿ ਮਰੀਜ਼ ਨੂੰ, ਤੇ ਕੁਨਾਲ ਭਾਟੀ ਦੇ ਸੈੱਲ ਇਹਨਾਂ ਨੇ ਅਮਰ ਹਸਪਤਾਲ ਨੇ ਕੀਤੇ ਨੇ। ਇਹਨਾਂ ਦੇ ਖੁਦ ਦੀ ਲੈਬ ਹੈ, ਨਾ ਕਿ ਬਾਹਰ ਦੀ। ਇਹਦੇ ਵਿੱਚ ਆਏ ਨੇ ਇਹਦਾ ਸੈੱਲ 2,12,000। ਠੀਕ ਹੈ ਜੀ, ਆਹ ਰਿਪੋਰਟ ਦੇਖ ਸਕਦੇ ਹੋ ਆ ਮੇਰੀ ਉਂਗਲ ਕੋਲ। ਤੇ ਜਿਹੜੀ ਇਹਨਾਂ ਮਸ਼ੀਨ ਹੈ, ਮਸ਼ੀਨ 'ਚ ਇਹਨਾਂ ਨੇ ਫੀਡ ਕਰੇ ਨੇ 2,31,000। ਵੀ ਜੇ ਡੋਨਰ ਦੀ ਬੋਡੀ 'ਚ ਸੈੱਲ 2,12,000 ਨੇ, ਤੁਸੀਂ 2,31,000 ਕਿਉਂ ਭਰ ਰਹੇ ਮਸ਼ੀਨ ਵਿੱਚ? ਇਹ ਡੋਨਰ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ। ਇਹ ਅਸੀਂ ਮੌਕੇ ਦੇ ਸਕੈਂਡਲ ਪਕੜ ਲਿਆ ਜਾ ਕੇ, ਪਰ ਇਸ ਤੋਂ ਪਹਿਲਾਂ ਹੀ ਅਸੀਂ ਖੁਦ ਬੰਦੇ ਮਾਤਰਮ ਦਲ, ਸਹਿਯੋਗ ਵੈਲਫੇਅਰ, ਅਸੀਂ ਤੇ ਸੈਂਕੜਾ ਸਾਡੇ ਨੌਜਵਾਨ ਖੂਨ ਆਪਣੇ ਸੈੱਲ 'ਤੇ ਖੂਨ ਦੇ ਕੇ ਜਾਂਦੇ ਨੇ ਕਿ ਸਾਡੇ ਜਿਹੜੇ ਡੋਨਰ ਦੀ ਸਿਹਤ ਨਾਲ ਨਹੀਂ ਖਿਲਵਾੜ ਹੋ ਰਿਹਾ। ਤੇ ਜ਼ਿਆਦਾ ਸੈੱਲ ਦੇਣ ਨਾਲ ਡੋਨਰ ਦੀ ਜਿਹੜੀ ਬੋਨ ਮੈਰੋ 'ਤੇ ਅਸਰ ਪੈਂਦਾ, ਉਹਦੀ ਬੋਡੀ 'ਤੇ ਕੋਈ ਪੈਰਾਲਾਈਜ਼ ਹੋ ਸਕਦਾ, ਉਹਨੂੰ ਹੋਰ ਵੀ ਕੁਝ ਨੁਕਸਾਨ ਹੋ ਸਕਦਾ। ਸਿੱਧੇ ਤੌਰ 'ਤੇ ਜ਼ਿੰਮੇਵਾਰ ਜਿਹੜਾ ਅਮਰ ਹਸਪੀਟਲ ਹੈ, ਅਮਰ ਦਾ ਬਲੱਡ ਬੈਂਕ ਹੈ। ਤੇ ਉਸ ਤੋਂ ਇਲਾਵਾ ਇੱਕ ਦੂਜਾ ਕਾਰਨ ਸਾਨੂੰ ਖਬਰਾਂ ਮਿਲੀਆਂ ਨੇ ਸਾਡੇ ਸੋਰਸਿਸ ਰਾਹੀਂ, ਵੀ ਇਹ ਜਿਵੇਂ ਇਹਨਾਂ ਦਾ ਇੱਕ ਬੈਗ ਕੱਢਿਆ ਪਲੇਟਲੈਟ ਸੈੱਲ ਦਾ, ਇਹ ਇੱਕ ਬੈਗ ਦੇ ਡੋਨੇਸ਼ਨ ਤੋਂ ਬਾਅਦ 2 ਬੈਗ ਬਣਾ ਲੈਂਦੇ ਨੇ। ਇੱਕ ਤਾਂ ਜਿਹੜਾ ਮਰੀਜ਼ ਤੇ ਇਹਨੂੰ ਇਹਨਾਂ ਕੋਲ ਫਾਰਮ ਆਇਆ ਰਿਕੁਆਇਰਮੈਂਟ ਦਾ, ਉਹਨੂੰ ਇਸ਼ੂ ਕਰਤਾ। ਦੂਜਾ ਇਹ 2 ਨੰਬਰ 'ਚ ਕਿਸੇ ਹੋਰ ਪ੍ਰਾਈਵੇਟ ਹਸਪੀਟਲ ਨੂੰ ਭੇਜ ਦਿੰਦੇ ਨੇ, ਉਹ ਪਟਿਆਲੇ ਦੇ ਵਿੱਚ ਵੀ, ਪਟਿਆਲੇ ਤੋਂ ਬਾਹਰ ਵੀ। ਉਹਨਾਂ ਸਭ ਦੀ ਸਾਡੇ ਕੋਲ ਲਿਸਟਾਂ ਆ ਚੁੱਕੀਆਂ ਨੇ। ਤੇ ਅਸੀਂ ਹੁਣ ਮੰਗ ਕਰ ਰਹੇ ਹਾਂ ਪਟਿਆਲਾ ਪ੍ਰਸ਼ਾਸਨ ਤੋਂ, ਪਟਿਆਲਾ ਪੁਲਿਸ ਤੋਂ, ਕਿ ਸਾਨੂੰ ਇਹਨਾਂ ਦਾ CCTV ਫੁਟੇਜ ਤੇ ਸਾਨੂੰ ਇਹਨਾਂ ਦਾ ਜਿਹੜਾ ਰਿਕਾਰਡ ਹੈ ਉਹ ਜ਼ਬਤ ਕੀਤਾ ਜਾਵੇ, ਤੇ ਇਸ ਮਾਮਲੇ ਦੀ ਬੜੀ ਹੀ ਗਹਿਨਤਾ ਨਾਲ ਕਿਸੇ ਇਮਾਨਦਾਰ ਆਫੀਸਰ ਤੋਂ ਜਾਂਚ ਕਰਵਾਈ ਜਾਵੇ। ਤੁਹਾਨੂੰ ਲੱਗਦਾ ਕਿ ਇੱਥੇ ਪਹਿਲੇ ਸ਼ੁਰੂ ਤੋਂ ਹੀ ਕਾਫੀ ਦੇਰ ਤੋਂ ਘਪਲੇਬਾਜ਼ੀ ਹੋ ਰਹੀ ਹੈ ਤੇ ਜਿਹੜੇ ਡੋਨਰ ਹੈ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਇੱਥੇ ਲਿਆ ਕੇ? ਬਿਲਕੁਲ ਜੀ, ਅਸੀਂ ਅੱਜ ਤੋਂ 4 ਸਾਲ ਪਹਿਲਾਂ ਵੀ ਇੱਦਾਂ ਹੀ ਚੱਕਿਆ ਸੀ ਮੁੱਦਾ। ਉੱਦਾਂ ਕੀ ਸੀ, ਉਦੋਂ ਸਾਨੂੰ ਜਿਹੜੇ ਪ੍ਰਸ਼ਾਸਨਾਂ ਨੇ ਸਪੋਰਟ ਨਹੀਂ ਕਰੀ ਸੀ। ਅਸੀਂ ਉਸ ਟਾਈਮ ਗਏ ਸੀ ਪੁਲਿਸ ਕੋਲ, ਤੇ ਇਹਨਾਂ ਦਾ ਹੀ ਉਸ ਟਾਈਮ ਵੀ ਇਹਨਾਂ ਦਾ ਇੱਕ ਇੰਪਲੋਈ ਸੀ ਰਿਪੂ ਦਮਨ। ਉਹ ਕੇਸ ਵੀ ਸਾਰਾ ਨਿਕਲ ਕੇ ਆ ਜਾਊਗਾ, ਸਾਡੇ ਕੋਲ ਸਾਰੇ ਡਾਕੂਮੈਂਟਸ ਪਏ ਨੇ, ਮੀਡੀਆ ਨੂੰ ਵੀ ਯਾਦ ਆ ਜਾਊਗਾ। ਉਹਨੇ ਸਾਨੂੰ ਆਪ ਦੱਸਿਆ ਸੀ ਸਾਡੇ ਬਲੱਡ ਬੈਂਕ 'ਚ ਵੀ ਇੱਕ ਡੋਨਰ ਦੇ ਜਾਂ ਸੈੱਲ ਦਿੰਦਾ 2 ਬੈਗ ਬਣਾਏ ਜਾਂਦੇ ਨੇ। ਤੇ ਇਹਨਾਂ ਨੇ ਜਿਹੜਾ ਆਪਣਾ ਇੰਪਲੋਈ ਆ ਉਹ ਇੱਥੋਂ ਨਾਲ ਹੀ ਕੱਢਤਾ ਸੀ, ਉਸੇ ਟਾਈਮ ਰਾਤ ਨੂੰ ਹੀ ਉਹਨੂੰ ਨੌਕਰੀ ਤੋਂ ਹਟਾਤਾ ਸੀ। ਤੇ ਉਸ ਟਾਈਮ ਕੀ ਸੀ, ਜਿਹੜੀ ਜਾਂਚ ਮਾਰਕ ਹੋਈ ਸੀ ਉਹ ਹੋ ਗਈ ਸੀ ਸਿਵਲ ਸਰਜਨ ਆਫਿਸ ਪਟਿਆਲਾ ਨੂੰ। ਪਰ ਉਹ ਜਾਂਚ ਦੀ ਮੈਂ ਗੱਲ ਕਰਦਾ, ਮੈਂ 4 ਸਾਲ ਹੋ ਗਏ, ਉਹ ਜਾਂਚ ਦੀ ਅੱਜ ਤੱਕ ਜਾਂਚ ਨਹੀਂ ਹੋਈ ਕਿ ਗਈ ਕਿੱਥੇ ਉਹ ਬੜੀ ਜਾਂਚ ਆ ਖੂਹ ਖਾਤੇ ਪਾਤੀ ਪਟਿਆਲਾ ਪ੍ਰਸ਼ਾਸਨ ਨੇ। ਅੱਜ ਤੱਕ ਉਹਦਾ ਕੋਈ ਨਿਕਲ ਕੇ ਨਹੀਂ ਆਇਆ ਵੀ ਕੀ ਹੋਇਆ। ਹੁਣ ਇਹਦਾ ਕੋਈ ਮਿਲੀ ਭਗਤ ਪ੍ਰਸ਼ਾਸਨ ਨਾਲ ਅਮਰ ਹਸਪਤਾਲ ਦੀ, ਜਾਂ ਇਹਨਾਂ ਦੇ ਵੱਡੇ ਹੱਥ ਪੈਂਦੇ ਨੇ, ਜਾਂ ਇਹਨਾਂ ਦਾ ਦਬਾਅ ਹੈ ਪੁਲਿਸ ਪ੍ਰਸ਼ਾਸਨ ਤੇ, ਦਬਾਅ ਇਹਨਾਂ ਦਾ ਹੈਲਥ ਮਿਨਿਸਟਰ ਤੇ, ਉਹ ਅਸੀਂ ਕੁਝ ਕਹਿ ਨਹੀਂ ਸਕਦੇ। ਪਰ ਸਾਡੇ ਵੱਲੋਂ ਸਾਡੀ ਸੰਸਥਾ ਇੱਦਾਂ ਹੀ ਸੰਘਰਸ਼ ਕਰਦੀ ਰਹੂਗੀ। ਇੱਦਾਂ ਹੀ ਜਿਹੜਾ ਕੋਈ ਕਿਤੇ ਗਲਤ ਕੰਮ ਹੁੰਦਾ ਅਸੀਂ ਡਟ ਕੇ ਵਿਰੋਧ ਕਰਾਂਗੇ। ਤੁਸੀਂ ਅੱਜ ਬਹੁਤ ਵੱਡਾ ਖੁਲਾਸਾ ਕੀਤਾ ਹੈ, ਤੇ ਕੋਈ ਪੁਲਿਸ ਵਗੈਰਾ ਜਾਂ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਪਹੁੰਚਿਆ ਕੋਈ? ਪੁਲਿਸ ਪ੍ਰਸ਼ਾਸਨ ਅਸੀਂ 100 ਨੰਬਰ 'ਤੇ ਕਾਲ ਕਰੀਏ, ਕੋਈ 1 ਘੰਟਾ ਹੋ ਗਿਆ, ਪਰ ਉੱਥੇ ਹੁਣ ਤੱਕ ਪੁਲਿਸ ਨਹੀਂ ਪਹੁੰਚੀ ਹੈਗੀ। ਤੇ ਅਸੀਂ ਉਸ 'ਤੇ ਵਾਰ-ਵਾਰ ਅਸੀਂ 3 ਵਾਰ ਰਿਪੀਟ ਕਾਲ ਵੀ ਕਰ ਚੁੱਕੇ ਹਾਂ। ਜਿਹੜਾ ਥਾਣਾ ਦੱਸ ਦੇਵਾਂ, ਇੱਥੋਂ ਮਾਡਲ ਟਾਊਨ ਥਾਣਾ ਪੈਂਦਾ, ਇੱਥੋਂ ਮਸਾਂ ਹੀ ਅੱਧਾ ਕਿਲੋਮੀਟਰ ਹੈ, ਪਰ ਪੁਲਿਸ ਤੇ ਨਹੀਂ ਪਹੁੰਚੀ। ਤਾਂ ਸਿੱਧੇ ਤੌਰ 'ਤੇ ਅਸੀਂ ਸ਼ੱਕ ਕਰਦੇ ਹਾਂ ਵੀ ਪੁਲਿਸ ਪ੍ਰਸ਼ਾਸਨ ਦੀ, ਪਟਿਆਲਾ ਪ੍ਰਸ਼ਾਸਨ ਦੀ, ਅਮਰ ਹਸਪੀਟਲ ਦੇ ਪ੍ਰਸ਼ਾਸਨ ਨਾਲ ਮਿਲੀ ਭਗਤ ਹੈ। ਸਾਡੇ ਨਾਲ ਡੋਨਰ ਵੀ ਮੌਜੂਦ ਨੇ। ਤੁਸੀਂ ਕਿੰਨੀ ਦੇਰ ਤੋਂ ਡੋਨੇਟ ਕਰ ਰਹੇ ਹੋ, ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਹ ਕੰਮ ਹੋਇਆ ਇੱਥੇ? ਮੈਂ ਪਿਛਲੇ 3 ਮਹੀਨੇ ਡੋਨੇਟ ਕਰ ਰਿਹਾ ਬਲੱਡ। ਜਸਪਾਲ ਜੀ ਦੇ ਕਹਿਣ 'ਤੇ ਮੈਂ ਡੋਨੇਟ ਸ਼ੁਰੂ ਕੀਤਾ ਸੀਗਾ। ਸਰ ਭਾਜੀ ਦਾ ਜਦ ਵੀ ਫੋਨ ਆਉਂਦਾ ਸੀ, ਡੋਨੇਟ ਕਰਨ ਆਉਂਦਾ ਸੀਗਾ। ਫਿਰ ਮੈਂ ਪ੍ਰਾਈਵੇਟ ਵੀ ਆਉਣ ਲੱਗਿਆ ਇਹਨਾਂ ਕੋਲ, ਪਰ ਇਸ ਬਾਰੇ ਮੈਨੂੰ ਹੁਣ ਪਤਾ ਲੱਗਿਆ। ਮੈਨੂੰ ਹੁਣ ਜਦ ਆਏ ਆ ਹਰਮੀਤ ਭਾਜੀ ਹੋਣੇ ਆ, ਤਾਂ ਮੈਨੂੰ ਪਤਾ ਲੱਗਿਆ ਕਿ ਇਹ ਕੰਮ ਹੋ ਰਿਹਾ ਹੈ। ਅਤੇ ਮੈਨੂੰ ਇਸ ਬਾਰੇ ਕੁਛ ਨਹੀਂ ਪਤਾ ਸੀ, ਮੈਂ ਤਾਂ ਸਿਰਫ ਆਪਣੀ ਸੇਵਾ ਕਰਨ ਆਉਂਦਾ ਸੀਗਾ। ਤੇ ਤੁਸੀਂ ਫਿਰ ਕਿਹਨਾਂ ਨੂੰ ਬੁਲਾਇਆ ਇੱਥੇ ਜਿਸ ਤੋਂ ਹੁਣ ਪਤਾ ਲੱਗਾ? ਮੈਂ ਤਾਂ ਨੋਰਮਲ ਸੀਗਾ, ਮੁਝੇ ਹੁਣ ਪਤਾ ਲੱਗਿਆ ਜਦ ਹਰਮੀਤ ਭਾਜੀ ਹੋਣੀ ਆਇਆ, ਮੈਨੂੰ ਨਹੀਂ ਪਤਾ ਸੀਗਾ ਨਾ ਸੀ ਕਿਸੇ ਨੂੰ ਦੱਸਿਆ। ਸਾਡੇ ਕੋਲ ਇਹਨਾਂ ਦੇ ਟੈਕਨੀਸ਼ੀਅਨ ਵੀ ਮੌਜੂਦ ਨੇ। ਸਾਡੇ ਨਾਲ ਜਿਹੜੇ ਇੱਥੇ ਬਲੱਡ ਬੈਂਕ ਦੇ ਟੈਕਨੀਸ਼ੀਅਨ ਨੇ ਉਹ ਵੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਨੇ। ਸਰ, ਸਰੇਆਮ ਇਲਜ਼ਾਮ ਲੱਗ ਰਹੇ ਨੇ, ਕੀ ਕਹੋਗੇ कि यह सही लग रहे हैं? सर, फर्स्ट ऑफ हमारा मोटिव यही रहता है पेशेंट की लाइफ, कि हमने डायरेक्टली डोनर को, एनजीओ के डोनर जुड़े हुए होते हैं, हमने डायरेक्टली डोनर को डोनर की परमिशन से कॉल करके बुलाया जाता है। जब भी कभी ये आपके सामने डोनर, एक बार कैमरा घुमा देंगे, कुणाल जी कभी आपको ज़बरदस्ती बुलाया आपने हाँ भरी थी कि मेरे को डायरेक्टली कॉल कर सकते हैं आप? पेशेंट की रिक्वायरमेंट आती है, हम डायरेक्टली अगर डोनर कहता है एग्री हो गया कि सर मैं करना चाहता हूँ, तो ठीक है, हमने इनको मॉर्निंग में कॉल किया है, 72 घंटे बाद आप डोनेशन दे सकते हैं, यही है क्राइटेरिया? नहीं, वो बात नहीं। वो भी कह रहे हैं कि हमें ज़बरदस्ती नहीं बुलाया जा रहा है, पर इल्ज़ाम ये लग रहे हैं कि जो हमारा डोनर है उसके जो प्लाज्मा निकाले जाते हैं उनको बेचा जा रहा है आगे। सर, जो किट आप देख रहे हैं, ये किट का चार्जेस लिया जाता है और टेस्टिंग चार्जेस लिया आता है। ये हमारे ही ब्लड बैंक का नहीं है। आप राजेंद्रा जाओगे, वहाँ से भी गवर्नमेंट है राजेंद्रा, वहाँ भी आपसे 8,500-9,000 रुपये चार्जेस लिए जाते हैं गवर्नमेंट के।
और 12,500 रुपये यहाँ वर्धमान हॉस्पिटल है, उनके भी चार्जेस हैं। यहाँ लाइफलाइन ब्लड बैंक है, यही चार्जेस हैं पाजी, 12,500 वहाँ भी सबके सेम चार्जेस हैं ब्लड बैंक के। ये आपके सामने प्रोसीजर कंप्लीट करके रखा हुआ है, यही वॉल्यूम सेम पेशेंट को जाएगा। अब आपके सामने इशू भी जाएगा, आप मेरे को बता देना कहाँ से इसके डबल या डबल हाँ, वो 10-15 हज़ार का एडजस्टमेंट जो आपको बोला है कि 212 थे 231 हो गए हैं, वो 15,000 सेल अगर इसने बढ़ा दिए हैं गलती से या डाल दिया, वो एग्री कर रहा है, मैं था नहीं यहाँ पे, कि हाँ उसने वॉल्यूम डाल दिया, उसने जो भी है XYZ डालना भूल गया या प्लाज्मा क्राइटेरिया, बट जब ट्रांसफर होता है रिसाइकल होता है तो वॉल्यूम वही आ गया आपके सामने। बात और कीजिए, जो- अभी आप मान रहे हो कि हाँ 10-15 या हाँ, सेल 10 बढ़ा दिए हैं, 10-15 पर कहीं ना कहीं ये भी खुलासा हो सकता है कि पहले भी यही काम होता हो, बढ़ा दिए जाते हो, कर लिया जाता हो सारा, बढ़ाते हैं सर। क्योंकि इल्जाम नहीं, जो बढ़ाते है हैं। सरेआम लगा रहे हैं, वो बिना प्रूफ के लगा नहीं रहे, उनके पास प्रूफ है, वो लगा रहे मैं हैं। कह तो रहा हूँ सर, बढ़ाते हैं सेल, क्यों बढ़ाते हैं वो रीज़न इनको भी पता है और इनको भी पता है कि अगर हम यील्ड बढ़ाएंगे, वॉल्यूम थोड़ा ज़्यादा निकालेंगे तो पेशेंट को ज़्यादा बेनिफिट होगा ना, उसमें हमें तो खुद को नहीं चढ़ाना या डबल करके नहीं देना, हमें तो पेशेंट का बेनिफिट देखना है सबसे फर्स्ट ऑफ। तो पेशेंट को यील्ड का वही है, जितना वॉल्यूम फीड होगा प्लेटलेट काउंट का, उसके अकॉर्डिंग वॉल्यूम उठाएगी उसका। मतलब कि ये जो इल्जाम लगाए जा रहे हैं सर झूठे लगाए जा रहे हैं, कहने का मतलब। नहीं, वॉल्यूम वाला इल्ज़ाम इनका सरासर सही है कि आप वॉल्यूम बढ़ाते हो, लेकिन ये आपके सामने ही है, जो प्रोसीजर कंप्लीट होने के बाद आपके सामने ट्रांसफर कर देंगे, आप खुद देख लेना। मैं मुंह से बोलने के, उनकी अपनी बातें सही है, मेरी अपनी बातें सही हैं, जस्टिफाई आप करोगे। दैट्स ऑल रमीत जी। ऐसे टेक्नीशियन जिन्हों का कहना कि इल्जाम ने जो सरेआम ठीक कुछ ठीक भी ने पर कुछ गलत भी ਨੇ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਉਸ ਦਾ ਅਸੀਂ ਪੂਰਾ ਪਤਾ ਕਰ ਰਹੇ ਹਾਂ। ਸਾਡੇ ਨਾਲ ਜਿਹੜੇ ਹਰਮੀਤ ਜੀ ਵੀ ਨੇ ਮੌਜੂਦ ਹੈ। ਸਰ ਕਿੰਨੀ ਕਿ ਸੱਚਾਈ ਹੈ ਇਸ ਦੇ ਵਿੱਚ ਕਿ ਹਾਂ ਇਹਨਾਂ ਦਾ ਕਹਿਣਾ ਕਿ ਕੁਝ ਇਲਜ਼ਾਮ ਨੇ ਜਿਹੜੇ ਸਹੀ ਨੇ। ਸਰ ਸਭ ਤੋਂ ਪਹਿਲਾਂ ਸਾਨੂੰ ਇਹਨਾਂ ਦੀ ਸੀਸੀਟੀਵੀ ਫੁਟੇਜ ਦੇਖਣੀ ਪੈਣੀ ਹੈ, ਜਿਹਦੇ ਵਿੱਚ ਕਿ ਜਦੋਂ ਇਹ ਇੱਕ ਬੈਗ ਤੋਂ ਦੋ ਬੈਗ 'ਚ ਕਨਵਰਟ ਕਰਦੇ ਆ, ਕਿਉਂਕਿ ਉਸ ਦਾ ਇਹਨਾਂ ਨੇ ਕੋਈ ਡਾਕੂਮੈਂਟ ਤਾਂ ਨਹੀਂ ਬਣਾਇਆ ਹੋਣਾ ਫੋਰ ਸ਼ੋਰ। ਜਦੋਂ ਡਾਕੂਮੈਂਟ ਨਹੀਂ ਹੋਏਗਾ ਤਾਂ ਫਿਰ ਉਸ ਨੂੰ ਟਰੇਸ ਕਰਨਾ ਔਖਾ ਹੋ ਜਾਏਗਾ। ਤਾਂ ਪਹਿਲਾਂ ਤਾਂ ਇਹਨਾਂ ਦੀ ਸੀਸੀਟੀਵੀ ਫੁਟੇਜ ਚਾਹੀਦੀ ਹੈ, ਜਿਸ ਦੇ ਵਿੱਚ ਇੱਕ ਬੈਗ ਤੋਂ ਦੋ ਸਪਲਾਈ ਕਰਦੇ ਆ। ਉਸ ਤੋਂ ਬਾਅਦ ਇਹਨਾਂ ਕੋਲੋਂ ਅਸੀਂ ਹੁਣ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਉਹ ਅਨਓਫੀਸ਼ੀਅਲ ਜਿਹੜੇ ਹਸਪੀਟਲਸ ਦੇ ਨਾਲ ਇਹਨਾਂ ਦੇ ਟਾਈ ਅਪ ਹੈ, ਜਿੱਥੇ ਇਹ ਸਪਲਾਈ ਕਰ ਰਹੇ ਆ, ਉਹਨਾਂ ਦੀ ਇਨਫੋਰਮੇਸ਼ਨ ਸਾਨੂੰ ਚਾਹੀਦੀ ਹੋਏਗੀ ਵੀ ਉਹ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਵੇ ਵੀ ਇਹਨਾਂ ਨੇ ਕਿੱਥੇ ਕਿੱਥੇ ਅਨਓਫੀਸ਼ੀਅਲੀ ਪ੍ਰੋਵਾਈਡ ਕੀਤਾ। ਫਿਰ ਉਹਦੇ ਵਿੱਚ ਜੇ ਟਰੇਸ ਕੱਢਣ 'ਤੇ ਆਓਗੇ ਤੁਸੀਂ, ਤਾਂ ਜਦੋਂ ਇੱਕ ਕਿੱਟ ਹੁੰਦੀ ਹੈ, ਇੱਕ ਕਿੱਟ ਦੇ ਵਿੱਚ ਦੋ ਬੈਗ ਹੁੰਦੇ ਆ ਜਿਹੜੇ ਐਮਟੀ ਹੁੰਦੇ ਆ, ਜਿਸ ਤੋਂ ਤੁਸੀਂ ਮਤਲਬ ਡਬਲ ਬੈਗ ਓਫੀਸ਼ੀਅਲੀ ਵੀ ਲਿਆ ਜਾਂਦਾ ਹੈ, ਬਟ ਇਹ ਅਨਓਫੀਸ਼ੀਅਲੀ ਲੈ ਰਹੇ ਉਹਦੇ ਵਿੱਚ ਕੀ ਕਰਦੇ ਆ ਕਿ ਇੱਕ ਜਿਹੜਾ ਯੂਨੀਕ ਨੰਬਰ ਹੁੰਦਾ ਹੈ ਕਿੱਟ ਦਾ, ਉਹ ਇਹਨਾਂ ਨੇ ਇੱਕ ਸਪਲਾਈ ਕਰਤਾ ਆਪਣੇ ਇੱਥੋਂ ਦੇ ਜਿਹੜਾ ਇਹਨਾਂ ਦਾ ਅਮਰ ਦਾ ਪੇਸ਼ੈਂਟ ਹੈ, ਉਹ ਇੱਕ ਵੈਲਿਡ ਟ੍ਰਾਂਜੈਕਸ਼ਨ ਹੈ ਬਿਲਕੁਲ। ਬਟ ਜਿਹੜੀ ਇੱਕ ਇਨਵੈਲਿਡ ਟ੍ਰਾਂਜੈਕਸ਼ਨ ਹੈ, ਉਹੀ ਯੂਨੀਕ ਸੀਰੀਅਲ ਨੰਬਰ, ਜਿਹੜਾ ਸੇਮ ਸੀਰੀਅਲ ਨੰਬਰ ਇਹ ਅਨਓਫੀਸ਼ੀਅਲੀ ਕਿਸੇ ਦੂਸਰੇ ਹਸਪੀਟਲ ਨੂੰ ਸਪਲਾਈ ਕਰਦੇ ਆ, ਜਿਹਦੇ ਵਿੱਚ ਕਿ ਫਿਰ ਇਹਨਾਂ ਦਾ ਆਪਣਾ ਇੱਕ ਨੈਕਸਸ ਚੱਲ ਰਿਹਾ ਪੂਰਾ ਇੱਕ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਸ ਤਰ੍ਹਾਂ ਇਹ ਕਪਲੇਬਾਜ਼ੀ ਹੋ ਰਹੀ ਹੈ ਸਾਰੀ? ਕੌਨਫੀਡੈਂਸ਼ੀਅਲ ਇੱਕ ਇਨਫੋਰਮੇਸ਼ਨ ਆਈ ਸੀਗੀ ਜੀ, ਤੇ ਉਸ ਇਨਫੋਰਮੇਸ਼ਨ ਦੇ ਵਿੱਚ ਅਸੀਂ ਫਿਰ ਅੱਜ ਆਪਣਾ ਇਹ ਡੋਨਰ ਮਿਸਟਰ ਕੁਨਾਲ ਭਾਟੀਆ ਨੂੰ ਭੇਜਿਆ ਸੀਗਾ, ਔਰ ਇਹਨਾਂ ਨੂੰ ਅਸੀਂ ਟਰੈਪ ਕਰਨ ਦੇ ਲਈ ਦੇਖਿਆ। ਤਾਂ ਇਹਨਾਂ ਨੇ ਜਦੋਂ ਉੱਥੇ ਸਾਰੀਆਂ ਫੀਡਿੰਗਸ ਵਗੈਰਾ ਕਰ ਰਹੇ ਸੀ, ਤਾਂ ਸਾਡੇ ਕੋਲ ਇਸ ਚੀਜ਼ ਦੀ ਇਨਫੋਰਮੇਸ਼ਨ ਸੀਗੀ ਵੀ ਇਹਨਾਂ ਨੇ ਗਲਤ ਫੀਡਿੰਗਸ ਕੀਤੀਆਂ ਸਾਰੀਆਂ। ਡੋਨਰ ਦੇ ਸੀਗੇ 2,12,000 ਸੈੱਲ, ਇਹਨਾਂ ਨੇ ਉੱਥੇ 2,31,000 ਫੀਡ ਕਰਤੇ। ਆਈਡਲੀ ਇਹਨਾਂ ਨੂੰ ਪਲਾਜ਼ਮਾ ਜਿਹੜਾ ਹੈ ਉਹ 300 ml ਕੱਢਣਾ ਚਾਹੀਦਾ ਸੀ ਬੋਡੀ 'ਚੋਂ, ਬਟ ਇਹਨਾਂ ਨੇ 600 ml ਕੱਢਿਆ, ਕਿਉਂਕਿ ਜੇ 600 ml ਹੋਏਗਾ ਤਾਂ ਹੀ ਉਸਦੇ 2 ਯੂਨਿਟ ਬਣਾਏ ਜਾ ਸਕਦੇ। ਇਹ ਐਗਰੀ ਕਰ ਰਹੇ ਨੇ ਕਿ ਹਾਂ ਸਾਡੇ ਕੋਲੋਂ ਜ਼ਿਆਦਾ ਫੀਡ ਹੋ ਗਿਆ ਹੈ ਇਸ ਦੇ ਵਿੱਚ, ਇਹ ਖੁਦ ਐਗਰੀ ਕਰ ਰਹੇ ਨੇ। ਤੇ ਇਸ ਤੋਂ ਪਹਿਲੇ ਤੁਹਾਨੂੰ ਲੱਗਦਾ ਕਿ ਇਸ ਤੋਂ ਪਹਿਲੇ ਵੀ ਇਸ ਤਰ੍ਹਾਂ ਹੁੰਦਾ? ਸਰ ਇਸ ਤੋਂ ਪਹਿਲਾਂ ਵੀ 26 ਜਨਵਰੀ ਨੂੰ ਸਾਡੀ ਸੰਸਥਾ ਦੇ ਡੋਨਰ ਗੁਰਮੁਖ ਸਿੰਘ ਗੁਰੂ ਆ ਕੇ ਇੱਥੇ ਡੋਨੇਟ ਕਰਕੇ ਗਏ ਸੀ। ਉਸ ਟਾਈਮ ਵੀ ਇਹਨਾਂ ਨੇ 600 ml ਪਲਾਜ਼ਮਾ ਕੱਢਿਆ। ਈਵਨ ਉਸ ਟਾਈਮ ਇੰਚਾਰਜ ਨੇ ਬਲੱਡ ਬੈਂਕ ਦੇ ਆਪ ਇਹ ਚੀਜ਼ ਸਾਨੂੰ ਕਿਹਾ ਸੀਗਾ ਵੀ ਮੈਂ ਪਲਾਜ਼ਮਾ ਜ਼ਿਆਦਾ ਕੱਢ ਰਿਹਾ ਮਤਲਬ। ਔਰ ਅਸੀਂ ਬੀਇੰਗ ਨੋਨ ਟੈਕਨੀਕਲ ਸਿਰਫ ਇੱਥੇ ਇਮੋਸ਼ਨਸ ਕਰਕੇ ਆਉਂਦੇ ਹਾਂ ਕਿ ਹਾਂ ਕਿਸੇ ਪੇਸ਼ੈਂਟ ਦੀ ਅਸੀਂ ਜ਼ਿੰਦਗੀ ਬਚਾਉਣੀ ਹੈ, ਔਰ ਅਸੀਂ ਬਿਲਕੁਲ ਨਿਰਸਵਾਰਥ ਭਾਵ ਨਾਲ ਕਰ ਰਹੇ ਹਾਂ, ਬਟ ਇਹ ਸਾਡੀ ਨਿਰਸਵਾਰਥਤਾ ਦਾ ਇਹਨਾਂ ਨੇ ਬਿਜ਼ਨਸ ਬਣਾ ਲਿਆ ਹੁਣ ਬਿਲਕੁਲ। ਹੁਣ ਤੁਸੀਂ ਕੀ ਮੰਗ ਕਰਦੇ ਹੋ ਕਿ ਅੱਗੇ ਕੀ ਕਾਰਵਾਈ ਹੋਣੀ ਚਾਹੀਦੀ? ਸਾਡੀ ਮੰਗ ਸਿਰਫ ਇਹੀ ਹੈ, ਇੱਕ ਤਾਂ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਕੋਈ ਇਸ ਦੇ ਵਿੱਚ ਇੱਕ ਐਸਾ ਆਫੀਸਰ ਅਲਾਈਨ ਹੋਣਾ ਚਾਹੀਦਾ ਪ੍ਰਸ਼ਾਸਨ ਵੱਲੋਂ ਜੋ ਕਿ ਇਸ ਦੀ ਨਿਰਪੱਖ ਜਾਂਚ ਕਰੇ। ਦੂਸਰਾ, ਇਹਨਾਂ ਸਾਰੇ ਸਟਾਫ ਨੂੰ ਇਹਨਾਂ ਨੂੰ ਅਰੈਸਟ ਕਰਕੇ ਔਰ ਇਹਨਾਂ ਤੋਂ ਪੁੱਛਗਿੱਛ ਕਰਨੀ ਚਾਹੀਦੀ ਹੈ ਵੀ ਇਹਨਾਂ ਨੇ ਕਿੱਥੇ ਕਿੱਥੇ ਉਹ ਅਨਓਫੀਸ਼ੀਅਲੀ ਸਪਲਾਈ ਕੀਤੇ, ਤੇ ਔਨ ਇਮੀਡੀਏਟ ਬੇਸਿਸ ਇਸ ਬਲੱਡ ਬੈਂਕ ਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਹੈ। ਪਰ ਇੱਕ ਸਵਾਲ ਹੈ ਕਿ ਮਸ਼ੀਨਾਂ ਜਿਹੜੀਆਂ ਸਰਕਾਰੀ ਵੀ ਹੈਗੀਆਂ, ਰਜਿੰਦਰਾ ਹਸਪਤਾਲ ਪਟਿਆਲਾ ਦਾ ਬਹੁਤ ਵੱਡਾ ਹਸਪਤਾਲ ਹੈ, ਉੱਥੇ ਵੀ ਹੈਗੇ ਨੇ, ਅਸੀਂ ਡੋਨਰ ਉੱਥੇ ਕਿਉਂ ਡੋਨੇਟ ਨਹੀਂ ਕਰਦੇ ਹੈਗੇ? ਇੱਥੇ ਕਿਉਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਆਉਂਦੇ ਆ? ਸਰ ਇਹਦੇ ਵਿੱਚ ਵੀ ਨਾ ਡਾਕਟਰਸ ਵੀ ਇਨਵੋਲਵ ਹੈ। ਇਹਦੇ ਵਿੱਚ ਡਾਕਟਰਸ ਇਹ ਕਹਿੰਦੇ ਆ ਕਿ ਅਸੀਂ ਕਿਸੇ ਬਾਹਰ ਵਾਲੇ ਬਲੱਡ ਬੈਂਕ ਦਾ ਐਕਸੈਪਟ ਨਹੀਂ ਕਰਾਂਗੇ ਬਲੱਡ, ਮਤਲਬ ਇੱਥੇ ਨਾ ਹੀ ਅਸੀਂ ਕਿਸੇ ਬਾਹਰ ਵਾਲੇ ਬਲੱਡ ਬੈਂਕ ਕੋਈ ਪਲੇਟਲੇਟ ਸੈੱਲ ਅਸੀਂ ਐਕਸੈਪਟ ਕਰਾਂਗੇ।
ਉਹ ਐਕਸੈਪਟ ਕਦੋਂ ਕਰਦੇ ਆ, ਜਦੋਂ ਇਹਨਾਂ ਦੀ ਮਸ਼ੀਨ ਖਰਾਬ ਹੋ ਜਾਂਦੀ ਹੈ, ਫਿਰ ਇਹ ਆਪ ਹੀ ਕਹਿ ਜਾਂਦੇ ਕਿ ਹਾਂ ਤੁਸੀਂ ਬਾਹਰੋਂ ਲੈ ਆਓ, ਤਾਂ ਕਿਸੇ ਹੋਰ ਬਲੱਡ ਬੈਂਕ ਚੋਂ ਲੈ ਆਓ। ਤਾਂ ਜਦ ਕਿ ਬਾਹਰ ਜੇ ਤੁਸੀਂ ਗਵਰਨਮੈਂਟ ਹਸਪੀਟਲ ਦੀ ਗੱਲ ਕਰੋਗੇ ਤਾਂ ਉੱਥੇ ਕੰਪੈਰੀਟਿਵਲੀ ਪੇਸ਼ੈਂਟ ਨੂੰ ਸਸਤਾ ਬਲੱਡ ਮਿਲੂਗਾ ਇਹਨਾਂ ਤੋਂ ਕੰਪੈਰੀਟਿਵ। ਜੇ ਤੁਸੀਂ ਪਲੇਟਲੇਟ ਸੈੱਲ ਦੀ ਗੱਲ ਕਰੋਗੇ, ਇਹ 12,500 ਦੇ ਵਿੱਚ ਵੇਚਦੇ ਆ, ਉੱਥੇ 10,500 8500 ਰੁਪਏ ਦੇ ਵਿੱਚ ਮਤਲਬ ਉੱਥੇ ਮਿਲ ਜਾਂਦਾ ਹੈ ਪਲੇਟਲੇਟ ਸੈੱਲ। ਬਟ ਇਹ ਪੇਸ਼ੈਂਟ ਨੂੰ ਇੰਨਾ ਕੁ ਡਰਾ ਦਿੰਦੇ ਆ ਵੀ ਜਿਹੜਾ ਬਾਹਰ ਵਾਲਾ ਤੁਸੀਂ ਪਲੇਟਲੇਟ ਸੈੱਲ ਦਾ ਕਿੱਟ ਲੈ ਕੇ ਆਓਗੇ, ਉਹਦੇ ਅਸੀਂ ਰਿਸਪੌਂਸੀਬਲ ਨਹੀਂ ਹੋਵਾਂਗੇ ਵੀ ਉਹ ਪੇਸ਼ੈਂਟ ਨੂੰ ਉਹਦਾ ਕੋਈ ਫਾਇਦਾ ਹੋਏਗਾ ਜਾਂ ਨਹੀਂ ਹੋਏਗਾ। ਇਹ ਸਨ ਹਰਮੀਤ ਜੀ ਜਿਨ੍ਹਾਂ ਦਾ ਬਹੁਤ ਵੱਡਾ ਖੁਲਾਸਾ ਕਰ ਰਹੇ ਨੇ। ਤੁਹਾਨੂੰ ਮਸ਼ੀਨ ਦਿਖਾ ਦਾਂਗੇ ਜਿਸ ਦੇ ਵਿੱਚ ਬਲੱਡ ਔਰ ਪਲਾਜ਼ਮਾ ਜਿਹੜਾ ਉਹ ਕੱਢਿਆ ਜਾ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਮਸ਼ੀਨ ਦੇ ਰਾਹੀਂ। ਇਹ ਮਸ਼ੀਨ ਬਹੁਤ ਹੀ ਮਹਿੰਗੀ ਹੈ, ਜੋ ਕਿ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਇੰਨੀ ਮਹਿੰਗੀ ਮਸ਼ੀਨ ਪਈ ਹੋਈ ਹੈ। ਤੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਇੱਕ ਡੋਨਰ ਜਿਹੜਾ ਦੇਣ ਆ ਰਿਹਾ ਤੇ ਘਪਲੇਬਾਜ਼ੀ ਹੋ ਰਹੀ ਹੈ। ਤੇ ਉਹਨਾਂ ਜਿਹੜੇ ਟੈਕਨੀਸ਼ੀਅਨ ਨੇ ਉਹਨਾਂ ਦਾ ਸਾਫ਼ ਕਹਿਣਾ ਕਿ ਇੱਥੇ ਕੋਈ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੈਗਾ, ਪਰ ਇਹ ਅੱਜ ਜੋ ਗਲਤੀ ਹੋਈ ਹੈ ਸਾਡੇ ਟੈਕਨੀਸ਼ੀਅਨ ਤੋਂ, ਉਹ ਅੱਜ ਦੀ ਗਲਤੀ ਹੈ, ਇਸ ਤੋਂ ਪਹਿਲੇ ਕੋਈ ਗਲਤੀ ਨਹੀਂ ਹੋਈ। ਤੇ ਜਿਹੜੇ ਸਰੇਆਮ ਇਲਜ਼ਾਮ ਲਗਾਏ ਜਾ ਰਹੇ ਨੇ ਲੋਕਾਂ ਵੱਲੋਂ ਕਿ ਜਿਹੜੇ ਹੈਗੇ ਆ ਇੱਥੇ ਡਾਕਟਰਸ ਵੀ ਇਨਵੋਲਵ ਨੇ ਵਿੱਚ, ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਤਰ੍ਹਾਂ ਦੀ ਮਸ਼ੀਨਾਂ ਕਿਉਂ ਨਹੀਂ ਅਵੇਲੇਬਲ ਹੈਗੀਆਂ? ਸਰਕਾਰ ਨੂੰ ਇਹਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਨਹੀਂ? ਪਟਿਆਲਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਕੁਲਵਿੰਦਰ ਘੁੰਮਣ ਦੀ ਰਿਪੋਰਟ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94647, 84 374 94648। देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स।